जुगो जुगे अटल वालिए कुले आलम रहबरे मखलूक सतगुरु गुरदेव साहिब श्री गुरु ग्रंथ साहिब महाराज जियां दे चरणां दी हाजरी भर रही समुची साध संगत जीओ अज दी हुक्म फरमान 759 अंग ते सतगुरु जी ने बख्शिश कीते हन और इन्हां दी समाप्ति भी 759 अंग ते बिल्कुल थल्ले जाके हो जाती है। जिथे अंग समाप्त हुंदा है 759 अंग जिथे समाप्त हुंदा है उत्थे ये शब्द समाप्त हो जाता है। भाव के इस हुक्मनामे तो बाद वाला जो शब्द आवेगा वो 760 अंग ते आवेगा। मन बिरतियां एकागर करके गुरु चरणां दा प्यार लिए जी। सारी ही संगत सतगुरु जी दे चरणां दी हाजरी भरिए, कोई भी रसना वांझी ना रह जाए। शरधा ते प्यार दे नाल सारी ही संगत मन बिरतियां एकागर करके हाजरी लवाओ। सतनाम वाहिगुरु सतनाम वाहिगुरु सतनाम वाहिगुरु सतनाम वाहिगुरु। हाँ जी, सतनाम श्री वाहिगुरु साहिब जी। राग सोही अष्टपदिया महला पंजवा घर पहला। राग सूही दे अष्टपदियां दे पहले घर विच शब्द हन। धन धन गुरु अर्जन देव महाराज जियां दी रब्बी बाणी दी रचना है। सतगुरु धन धन गुरु अर्जन देव महाराज ये 8 बंदा वाली बाणी है। इनू तां अष्टपदियां कहा जाता है। गुरु साहिब महाराज उमेर करते हैं सरवण करिए जी। एक ओंकार सतगुर प्रसाद। अकाल पुरख परमेश्वर एक है, आनंदमई सतगुर दी कृपा नाल प्राप्त हुंदा है। उरज रहयो विख्या कै संगा। सतगुर जी मेर करदे हन कि प्राणी इत्थे विख्या तो भाव माया। विख्या दा अर्थ जहर भी बनदा है। माया रूपी जहर दे रंग दे विच फसिया पिया। माया रूपी जहर दे रंग दे विच ये फसिया रहिंदा है मनुख। ये मनुख सदा ही माया रूपी जहर दे संग करके फस जाता है। मन है व्यापत अनक तरंगा। ते मनुख दे मन नू लोभ दियां अनेकां लहरां अनेक तरह दियां तरंगां दबाई रखदियां। क्योंकि इस माया रूपी जहर दियां लोभ दियां तरंगां सानू सुंदर ते सोहणियां लगदियां ने। असी इहदे मोह विच ही दबे रहिंदे हां। मेरे मन अगम अगोचर। हे मेरे मन ओ जो अकाल पुरख अगम अगोचर है, पहुंच तो परे है। कत पाइए पूरन परमेश्वर। उस अकाल पुरख नूं किस तरह पाया जाए। ज्ञान इंद्रियां दी सहायता नाल भी उस तक अपड़ नहीं सकते। वो पूर्ण परमात्मा किवें लभे, किहड़े ढंग दे नाल उहनूं पाना करिए। मेरे मन अगमे अगोचर कत पाइए पूर्ण परमेश्वर। हे मेरे मन वो जो अगमे अगोचर है, पहुंच तो परे है। आतु भाव
ਆਗੋਚਰ ਭਾਵ ਕਿ ਗੋ ਗਿਆਨ ਇੰਦਰੀ, ਜਿਸ ਤੱਕ ਗਿਆਨ ਇੰਦਰੀ ਨਹੀਂ ਪਹੁੰਚ ਸਕਦੇ ਉਸ ਤੱਕ ਕਿਵੇਂ ਪਹੁੰਚਣਾ ਕਰੀਏ, ਉਸ ਪਰਮਾਤਮਾ ਨੂੰ ਕਿਵੇਂ ਲੱਭਣਾ ਕਰੀਏ, ਕਤ ਪਾਈਐ। ਪੂਰਨ ਪਰਮੇਸ਼ਰ, ਪੂਰਨ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰੀਏ। ਰਹਾ ਵਿਸ਼ਰਾਮ ਲਾ ਕੇ ਪੰਚਮ ਪਾਤਸ਼ਾਹ ਮੇਰ ਕਰ ਰਹੇ ਹਨ। ਮੋਹ ਮਗਨ ਮਹਿ ਰਹਿਆ ਵਿਆਪੇ, ਮੋਹ ਦੀ ਮਗਨਤਾ ਦੇ ਵਿੱਚ ਦਬਾਇਆ ਰਹਿੰਦਾ ਹੈ, ਹਰ ਵੇਲੇ ਇਹਨੂੰ ਸੰਸਾਰਕ ਮੋਹ ਦੱਬੀ ਰੱਖਦਾ ਹੈ। ਕਾਰੋਬਾਰ ਦੇ ਵਿੱਚ ਵਾਧੇ ਦਾ ਮੋਹ, ਧੀਆਂ ਪੁੱਤਰਾਂ ਦੇ ਪਿਆਰ ਦਾ ਮੋਹ, ਪਰਿਵਾਰਕ ਮੋਹ, ਰਿਸ਼ਤੇਦਾਰੀਆਂ ਦਾ ਮੋਹ, ਕਾਰੋਬਾਰ ਦਾ ਮੋਹ, ਆਪਦੇ ਸਰੀਰ ਦਾ ਮੋਹ। ਪਾਤਸ਼ਾਹ ਕਹਿੰਦੇ ਬਸ ਚਾਰ ਚਫੇਰਿਓ ਮੋਹ ਦੀ ਮਗਨਤਾ ਵਿੱਚ ਰਹਿੰਦਾ ਹੈ, ਮੋਹ ਦੇ ਵਿੱਚ ਮਗਨ ਹੋਇਆ ਰਹਿੰਦਾ ਹੈ, ਮਸਤੀ ਵਿੱਚ ਰਹਿੰਦਾ ਹੈ, ਫਸਿਆ ਹੀ ਰਹਿੰਦਾ ਹੈ ਹਰ ਵੇਲੇ। ਅਤ ਤ੍ਰਿਸ਼ਨਾ ਕਬਹੁ ਨਹੀਂ ਤ੍ਰਾਪੇ, ਪਾਤਸ਼ਾਹ ਕਹਿੰਦੇ ਹਰ ਵੇਲੇ ਇਸ ਨੂੰ ਮਾਇਆ ਦੀ ਬਹੁਤ ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿਸੇ ਵੇਲੇ ਵੀ ਮਨ ਰੱਜਦਾ ਨਹੀਂ ਹੈ, ਕਿਸੇ ਵੇਲੇ ਵੀ ਮਨ ਰੱਜਦਾ ਨਹੀਂ। ਕਾਰੂ ਬਾਦਸ਼ਾਹ ਦਾ ਕਿਹੜਾ ਮਨ ਰੱਜ ਗਿਆ ਸੀ, ਕਬਰਾਂ ਤੱਕ ਵੇਲੀਆਂ ਕਰਾਤੀਆਂ ਕਾਰੂ ਬਾਦਸ਼ਾਹ ਨੇ। ਕਬਰਾਂ ਦੇ ਵਿੱਚ ਪਾਏ ਹੋਏ ਸਿੱਕੇ ਜਿਹੜੇ ਸਨ, ਸਿੱਕੇ ਵੀ ਕਢਵਾ ਲਏ ਸਨ। 40 ਗੰਜ ਮਾਇਆ ਜੋੜੀ ਕਾਰੂ ਬਾਦਸ਼ਾਹ ਨੇ। ਪਰ ਸਾਧ ਸੰਗਤ ਜੀ ਇਹ ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਕੇ ਹੀ ਬੂਝੀ ਹੈ। ਇਹ ਤ੍ਰਿਸ਼ਨਾ ਕਿਸੇ ਵਿਰਲੇ ਦੀ ਬੁਝਦੀ ਹੈ, ਜਿੰਦੇ ਤੇ ਕਿਰਪਾ ਕਰ ਦੇਵੇ ਉਸੇ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ। ਤਾਂ ਪਾਤਸ਼ਾਹ ਮਿਹਰ ਕਰਦੇ ਨੇ ਕਿ ਬਹੁਤ ਮਾਇਆ ਦੀ ਤ੍ਰਿਸ਼ਨਾ ਲੱਗੀ ਏ, ਮਨ ਕਦੇ ਵੀ ਰੱਜਦਾ ਨਹੀਂ। ਬਸੇ ਕ੍ਰੋਧ ਸਰੀਰ ਚੰਡਾਰਾ, ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਦੇ ਸਰੀਰ ਦੇ ਵਿੱਚ ਚੰਡਾਲ ਕ੍ਰੋਧ ਵਸਦਾ ਰਹਿੰਦਾ ਸਦਾ ਹੀ। ਔਰ ਇਸ ਕ੍ਰੋਧ ਦੇ ਸਾਧ ਸੰਗਤ ਜੀ ਜਿਹੜੇ ਨੁਕਸਾਨ ਨੇ ਇਹ ਅਸੀਂ ਸੋਚ ਵੀ ਨਹੀਂ ਸਕਦੇ। ਮਿਹਨਤਾਂ ਨਾਲ ਕਮਾਈ ਕਰਕੇ ਲਿਆਂਦੀ ਹੋਈ ਚੀਜ਼, ਮਿਹਨਤਾਂ ਦੇ ਨਾਲ ਕਮਾਏ ਹੋਏ ਪੈਸੇ ਦੀ ਲਿਆਂਦੀ ਚੀਜ਼ ਨੂੰ ਕ੍ਰੋਧ ਕਾਰਨ 1 ਮਿੰਟ ਵਿੱਚ ਭੰਨ ਕੇ ਉਹ ਮਾਰਦਾ ਹੈ। ਕ੍ਰੋਧ ਐਸੀ ਹੈ, ਚੰਡਾਲ ਹੈ ਨਾ, ਕ੍ਰੋਧ ਨੂੰ ਚੰਡਾਲ ਕਿਹਾ ਮਹਾਰਾਜ ਨੇ ਗੁਰਬਾਣੀ 'ਚ ਵੀ ਇਹ ਕ੍ਰੋਧ ਚੰਡਾਲ ਦਾ ਰੂਪ ਹੈ। ਜਦੋਂ ਕ੍ਰੋਧ ਦੇ ਚੰਡਾਲ ਦੇ ਵਸ ਪ੍ਰਾਣੀ ਪੈ ਜਾਵੇ ਫਿਰ ਇਹਦੇ ਵਸ ਨਹੀਂ ਕੁਝ ਰਹਿ ਜਾਂਦਾ। ਆ ਜਿੰਨਾ ਕੁਝ ਸਾਧ ਸੰਗਤ ਜੀ ਅੱਜ ਸੰਸਾਰ ਤੇ ਕ੍ਰਾਈਮ ਹੋਏ ਨੇ ਇਹ ਕ੍ਰੋਧ ਦੇ ਵਾਸੀ ਤੇ ਨੇ ਕਿ ਫਲਾਣੇ ਨੇ ਮੈਨੂੰ ਅੱਖਾਂ ਕੱਢੀਆਂ ਸੀ, ਮੈਂ ਇਹਦੀਆਂ ਅੱਖਾਂ ਹੀ ਕੱਢ ਦਿਆਂਗਾ। ਫਲਾਣੇ ਨੇ ਮੇਰੇ ਨਾਲ ਇੰਜ ਕੀਤਾ ਸੀ, ਮੈਂ ਇਹਦਾ ਇੰਜ ਹੀ ਕਰ ਦਿਆਂਗਾ। ਨਿੱਕੀ ਨਿੱਕੀ ਗੱਲ ਤੇ ਅੱਜ ਕੱਲ ਦੇ ਨੌਜਵਾਨ ਗੋਲੀਆਂ ਚਲਾ ਦਿੰਦੇ ਨੇ। ਆਪ ਸਾਰੀ ਉਮਰ ਜੇਲ੍ਹ 'ਚ ਬਹਿ ਜਾਂਦੇ ਨੇ, ਜਿਹਨੂੰ ਵੱਜਦੀ ਉਹ ਸਾਰੀ ਉਮਰ ਮੰਜੇ ਤੇ ਬੈਠਾ ਰਹਿ ਜਾਂਦਾ ਜਾਂ ਕਾਲ ਚਲਾਣਾ ਕਰ ਜਾਂਦਾ। ਇਹ ਕ੍ਰੋਧ ਦੇ ਕੰਮ ਨੇ ਨਾ, ਕ੍ਰੋਧ ਦੇ ਬਸ ਸਰੀਰ ਹੋ ਗਿਆ। ਬਸੇ ਕ੍ਰੋਧ ਸਰੀਰ ਚੰਡਾਰਾ, ਇਹ ਸਰੀਰ ਜਿਹੜਾ ਹੈ ਨਾ ਕ੍ਰੋਧ ਰੂਪੀ ਚੰਡਾਲ ਦੇ ਵਸ ਵਿੱਚ ਹੋ ਗਿਆ। ਇਸ ਸਰੀਰ ਦੇ ਅੰਦਰ ਕ੍ਰੋਧ ਰੂਪੀ ਚੰਡਾਲ ਵਸਦਾ ਹੈ। ਅਗਿਆਨ ਨਾ ਸੂਝੈ ਮਹਾ ਗੁਬਾਰਾ, ਪਾਤਸ਼ਾਹ ਮਿਹਰ ਕਰਦੇ ਨੇ ਕਿ ਆਤਮਿਕ ਜੀਵਨ ਵੱਲੋਂ ਬੇਸਮਝੀ ਹੋਣ ਕਰਕੇ ਅਗਿਆਨੀ ਹੈ। ਜੀਵਨ ਦੇ ਸਫ਼ਰ ਵਿੱਚ ਬੜਾ ਹਨੇਰਾ ਰਹਿੰਦਾ ਹੈ, ਜਿਸ ਕਰਕੇ ਇਸ ਨੂੰ ਸਹੀ ਰਸਤਾ ਨਹੀਂ ਦਿਸਦਾ, ਨਹੀਂ ਸੁਝਦਾ, ਇਹਨੂੰ ਪਤਾ ਨਹੀਂ ਲੱਗਦਾ। ਇਹ ਆਪਣੇ ਹੀ ਮਹਾ ਗੁਬਾਰਾ ਅੰਧੇਰੇ ਵਿੱਚ ਹੀ ਗਵਾਚਿਆ ਰਹਿੰਦਾ ਹੈ। ਅਗਿਆਨਤਾ ਕਰਕੇ ਇਹਨੂੰ ਸੱਚ ਦਾ ਮਾਰਗ, ਸਹੀ ਰਸਤਾ ਜਿਹੜਾ ਪ੍ਰਾਪਤ ਨਹੀਂ ਹੁੰਦਾ, ਇਹ ਹਮੇਸ਼ਾ ਹਨੇਰੇ ਵਿੱਚ ਹੀ ਗਵਾਚਿਆ ਰਹਿੰਦਾ ਹੈ। ਭ੍ਰਮਤ ਵਿਆਪਤ ਜਰੇ ਵਿਕਾਰਾ, ਤੇ ਭ੍ਰਮਤ ਤੋਂ ਭਾਵ ਕੇ ਭਟਕਣਾ ਦੇ ਵਿੱਚ
ਵਿਆਪਤ ਮਾਇਆ ਦਾ ਜੋਰ ਇਹਦੇ ਤੇ ਚੜਿਆ ਰਹਿੰਦਾ ਹੈ। ਜੜੇ ਦਾ ਮਤਲਬ ਜੜੇ, ਕਿਵਾਰਾ ਕਿਵਾੜ ਪਿੱਤ। ਪਾਤਸ਼ਾਹ ਮਿਹਰ ਕਰਕੇ ਸਮਝਾਉਂਦੇ ਨੇ ਕਿ ਭਟਕਣਾ ਅਤੇ ਮਾਇਆ ਦਾ ਦਬਾਅ ਹਰ ਵੇਲੇ ਇਹ ਦੋ ਕਿਵਾੜ ਵੱਜੇ ਹੀ ਰਹਿੰਦੇ ਹਨ। ਹਰ ਵੇਲੇ ਭਟਕਣਾ ਹੋ ਗਈ ਤੇ ਮਾਇਆ ਦਾ ਦਬਾਅ, ਇਹ ਦੋ ਦਰਵਾਜ਼ੇ ਨੇ ਨਾ, ਇਹ ਵੱਜੇ ਹੀ ਰਹਿੰਦੇ ਤੇ ਬੰਦ ਹੀ ਰਹਿੰਦੇ, ਸੁੱਝਦਾ ਹੀ ਕੁਝ ਨਹੀਂ। ਹਾਂਜੀ ਜਾਣ ਨਾ ਪਾਈਐ ਪ੍ਰਭ ਦਰਬਾਰਾ। ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਹੁਣ ਅੱਗੋਂ ਦਰਵਾਜ਼ੇ ਹੀ ਬੰਦ ਹੋ ਗਏ, ਰਸਤਾ ਹੀ ਬੰਦ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਇਸ ਵਾਸਤੇ ਮਨੁੱਖ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚ ਹੀ ਨਹੀਂ ਸਕਦਾ। ਪਹੁੰਚਣ ਵਾਸਤੇ ਰਸਤਾ ਖੁੱਲਾ ਹੋਣਾ ਚਾਹੀਦਾ ਨਾ। ਤੇ ਅੱਗੋਂ ਤੇ ਪਾਤਸ਼ਾਹ ਕਹਿੰਦੇ ਨੇ ਜਰੇ ਕਿਵਾਰਾ, ਦੋ ਕਵਾਰ ਜੜੇ ਹੋਏ ਨੇ। ਇੱਕ ਤੇ ਇਹਨੂੰ ਦਰਵਾਜ਼ਾ ਲੱਗਾ ਹੋਇਆ ਭਰਮਤ ਭਟਕਣਾ ਦਾ, ਦੂਜਾ ਮਾਇਆ ਦਾ ਜ਼ੋਰ। ਇਹ ਦੋ ਦਰਵਾਜ਼ੇ ਜਿਹੜੇ ਨੇ ਇਹਦੀ ਬੁੱਧੀ ਦੇ ਅਗਲੇ ਪਾਸੇ, ਸੁਰਤ ਦੇ ਅਗਲੇ ਪਾਸੇ ਜੜੇ ਹੋਏ ਨੇ। ਇਸ ਕਰਕੇ ਮਨੁੱਖ ਜਿਹੜਾ ਹੈ ਪਰਮਾਤਮਾ ਦੇ ਦਰਬਾਰ ਵਿੱਚ ਪਹੁੰਚ ਨਹੀਂ ਸਕਦਾ, ਕਿਉਂਕਿ ਮਾਇਆ ਰੂਪੀ ਦਰਵਾਜ਼ੇ ਅੜਚਣ ਪਾਈ ਬੈਠੇ ਹਨ। ਆਸਾ ਅੰਦੇਸਾ ਬੰਦ ਪਰਾਨਾ। ਪਾਤਸ਼ਾਹ ਮਿਹਰ ਕਰਦੇ ਨੇ ਕਿ ਮਨੁੱਖ ਹਰ ਵੇਲੇ, ਹਰ ਸਮੇਂ, ਹਰ ਵੇਲੇ ਮਾਇਆ ਦੀ ਆਸ ਅਤੇ ਚਿੰਤਾ ਦੇ ਬੰਧਨ ਦੇ ਵਿੱਚ ਪਿਆ ਰਹਿੰਦਾ, ਫਿਕਰਾਂ ਵਿੱਚ ਪਿਆ ਰਹਿੰਦਾ, ਬੰਧਨਾਂ ਵਿੱਚ ਬੱਧਿਆ ਰਹਿੰਦਾ ਹੈ। ਆਸਾ ਅੰਦੇਸਾ ਬੰਦ ਪਰਨ। ਇਹ ਪ੍ਰਾਣੀ ਜਿਹੜਾ ਹੈ ਨਾ, ਹਰ ਵੇਲੇ ਮਨੁੱਖ ਜਿਹੜਾ ਹਰ ਵੇਲੇ ਆਸਾ ਤੇ ਚਿੰਤਾ ਫਿਕਰ ਦੀ ਬੰਧਨ ਦੇ ਵਿੱਚ ਪਿਆ ਰਹਿੰਦਾ ਹੈ। ਹਰ ਵੇਲੇ ਮਾਇਆ ਆਉਣ ਦੀ ਆਸਾ, ਨਾ ਆਉਣ ਦੀ ਚਿੰਤਾ ਤੇ ਫਿਕਰ ਵਿੱਚ ਹੀ ਬੱਝਾ ਰਹਿੰਦਾ ਹੈ। ਮਹਿਲ ਨਾ ਪਾਵੈ ਫਿਰਤ ਬੇਗਾਨਾ। ਮਹਿਲ ਤੋਂ ਭਾਵ ਪ੍ਰਭੂ ਦੀ ਹਜ਼ੂਰੀ, ਬਗਾਨਾ ਤੋਂ ਭਾਵ ਹੁੰਦਾ ਓਪਰਾ। ਕਿਉਂਕਿ ਕੁਝ ਸ਼ਬਦ ਜਿਹੜੇ ਪ੍ਰਾਂਤਨ ਨੇ ਨਾ, ਇਹ ਅਲੋਪ ਹੁੰਦੇ ਜਾ ਰਹੇ ਨੇ। ਜਿਵੇਂ ਆਂਢ ਗਵਾਂਢ ਅਜੇ ਵੀ ਬਹੁਤੇ ਚਲੋ ਪੰਜਾਬੀ ਵਰਤਨੇ, ਪਰ ਹਾਲੇ ਵੀ ਕਈਆਂ ਥਾਵਾਂ ਤੇ ਇਹ ਲੁਪਤ ਹੋ ਰਹੀ ਹੈ ਪੰਜਾਬੀ ਲਫ਼ਜ਼ ਜਿਹੜੇ ਪੁਰਾਣੇ ਨੇ। ਓਪਰਾ ਕਹਿੰਦੇ ਨੇ ਬਗਾਨੇ ਨੂੰ। ਪਾਤਸ਼ਾਹ ਮਿਹਰ ਕਰਦੇ ਨੇ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ। ਤੇ ਮਹਾਰਾਜ ਮਿਹਰ ਕਰਦੇ ਪਰਦੇਸੀਆਂ ਵਾਂਗ ਰਾਹੋਂ ਖੁੰਝਿਆ ਹੋਇਆ ਭਟਕਦਾ ਰਹਿੰਦਾ, ਬਗਾਨਾ ਹੀ ਓਪਰਾ ਹੀ ਹੋਇਆ ਰਹਿੰਦਾ। ਕਦੇ ਵੀ ਉਸ ਦਾਤੇ ਦਾ ਬਣਦਾ ਹੀ ਨਹੀਂ। ਉਸ ਦਾਤੇ ਦੇ ਘਰ ਨੂੰ ਪ੍ਰਾਪਤੀ, ਉਸ ਦਾਤੇ ਦੀ ਹਜ਼ੂਰੀ ਪ੍ਰਾਪਤ ਹੀ ਨਹੀਂ ਕਰ ਪਾਉਂਦਾ। ਕੇਵਲ ਤੇ ਕੇਵਲ ਪਰਦੇਸੀਆਂ ਵਾਂਗੂ ਰਾਹੋਂ ਖੁੰਝਿਆ ਹੋਇਆ ਭਟਕਣਾ ਵਿੱਚ ਪਿਆ ਰਹਿੰਦਾ ਹੈ, ਖੁੰਝਿਆ ਰਹਿੰਦਾ, ਓਪਰਾ ਹੋ ਕੇ ਰਹਿੰਦਾ ਹੈ। ਸਗਲ ਬਿਆਦ ਕੈ ਵਸ ਕਰ ਦੀਨਾ। ਤੇ ਮਨੁੱਖ ਸਾਰੀਆਂ ਮਾਨਸਿਕ ਬਿਮਾਰੀਆਂ ਦੀ ਵਸ ਦੇ ਵਿੱਚ ਆਇਆ ਰਹਿੰਦਾ ਹੈ। ਮਾਨਸਿਕ ਸਰੀਰਕ ਬਿਮਾਰੀ ਦਾ ਤੇ ਇਲਾਜ ਹੋ ਜਾਂਦਾ ਹੈ ਗੁਰਮੁਖੋ। ਤੇ ਜਿਹੜਾ ਮਾਨਸਿਕ ਤੌਰ ਤੇ ਬਿਮਾਰ ਹੋ ਜਾਵੇ ਉਹਦਾ ਇਲਾਜ ਨਹੀਂ ਜੇ ਹੁੰਦਾ। ਮਾਨਸਿਕ ਬਿਮਾਰੀ, ਥੱਲੇ ਵਾਲੀ ਸੋਚ, ਥੱਲੇ ਨੂੰ ਜਾਣਾ, ਮੈਂ ਨਹੀਂ ਕੁਝ ਸਿੱਖ ਸਕਦਾ, ਮੈਥੋਂ ਨਹੀਂ ਸਿੱਖਿਆ ਜਾਣਾ, ਮੈਥੋਂ ਨਹੀਂ ਪੜ੍ਹਿਆ ਜਾਣਾ, ਮੈਂ ਨਹੀਂ ਪੜ੍ਹ ਸਕਦਾ, ਮੈਂ ਨਹੀਂ ਕਰ ਸਕਦਾ, ਮੇਰੇ ਕੋਲ ਵਾਹ ਨਹੀਂ, ਫਲਾਣੇ ਗੁਆਂਢੀ ਨੇ ਇੰਜ ਕਰ ਲਿਆ, ਮੈਥੋਂ ਨਹੀਂ ਹੋਇਆ, ਫਲਾਣਿਆਂ ਨੇ ਇੰਜ ਕਰ ਲਿਆ, ਮੈਥੋਂ ਨਹੀਂ ਹੋਇਆ, ਜਾਂ ਫਲਾਣੇ ਦਾ ਕੰਮ ਕਿਉਂ ਹੋ ਗਿਆ, ਚੁਗਲੀ ਮਾਰ ਕੇ ਕਾਰਜ ਵਿਗਾੜ ਦੇ, ਫਲਾਣੇ ਦਾ ਕੰਮ ਕਿਉਂ ਚੱਲ ਪਿਆ, ਚੁਗਲੀ ਮਾਰੋ ਤੇ ਕੰਮ ਖਰਾਬ ਕਰ ਦਿਓ। ਪਾਤਸ਼ਾਹ ਮਿਹਰ ਕਰਦੇ ਨੇ ਪਿਆਰਿਆ, ਹਰ ਵੇਲੇ ਇਹਨੂੰ ਜਿਹੜਾ ਹੈ ਇਹ ਮਨੁੱਖ ਸਾਰੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋਇਆ ਰਹਿੰਦਾ। ਹਰ ਵੇਲੇ ਇਹਨੂੰ ਮਾਨਸਿਕ ਬਿਮਾਰੀਆਂ ਸਗਲ ਬਿਆਦ ਕੈ ਵਸ ਕਰ ਦੀਨਾ। ਹਰ ਤਰ੍ਹਾਂ ਦੀ ਬਿਆਦ ਜਿਹੜੀ ਹੈ ਨਾ, ਹਰ ਤਰ੍ਹਾਂ ਦੀ ਬਿਮਾਰੀਆਂ ਬਿਆਦਾਂ ਦੇ ਵਸ ਪਿਆ ਰਹਿੰਦਾ ਜੀ। ਸਰੀਰਕ ਹੋ ਗਈਆਂ, ਦਿਮਾਗੀ ਹੋ ਗਈਆਂ, ਹਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੋ ਗਈ, ਸਰੀਰਕ ਹੋ ਗਈ, ਇੱਕ ਛੱਡਦਾ ਦੂਜੀ ਦੇ ਵਸ ਪੈ ਜਾਂਦਾ ਹੈ। ਸਗਲ ਬਿਆਦ ਕੈ ਵਸ ਕਰ ਦੀਨਾ। ਜਦੋਂ ਪਰਮੇਸ਼ਰ ਦਾ ਘਰ ਨਹੀਂ ਮਿਲਿਆ, ਹਰ ਵੇਲੇ ਮਾਇਆ ਦੀ ਚਿੰਤਾ ਫਿਕਰਾਂ 'ਚ ਬੱਝਾ,
ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਪਾਉਂਦਾ, ਬਗਾਨਿਆਂ ਉਪਰਿਆਂ ਵਾਂਗ ਰਹਿ ਜਾਂਦਾ ਹੈ। ਪਾਤਸ਼ਾਹ ਕਹਿੰਦੇ ਫਿਰ ਇਸ ਤਰ੍ਹਾਂ ਮਾਨਸਿਕ ਰੋਗੀ ਹੋ ਜਾਂਦਾ ਹੈ, ਸਰੀਰਕ ਰੋਗੀ ਹੋ ਜਾਂਦਾ ਹੈ। ਸਗਲ ਬਿਆਦ ਕੈ ਵਸ ਕਰਦੀ ਨਾ, ਸਗਲ ਬਿਆਦ ਸਾਰੀਆਂ ਬਿਆਦਾਂ ਚੰਬੜ ਜਾਂਦੀਆਂ, ਸਾਰੀ ਤਰ੍ਹਾਂ ਦੀ ਬਿਮਾਰੀ, ਮਾਨਸਿਕ ਵੀ ਬਿਮਾਰੀ ਹੋ ਜਾਂਦੀ, ਸਰੀਰਕ ਵੀ ਹੋ ਜਾਂਦੀ ਹੈ, ਮਨ ਵੀ ਬਿਮਾਰ ਹੈ, ਤਨ ਵੀ ਬਿਮਾਰ ਹੈ। ਪਾਤਸ਼ਾਹ ਕਹਿੰਦੇ ਨੇ ਕਿ ਫਿਰ ਸਾਰੀ ਤਰ੍ਹਾਂ ਦੀ ਬਿਮਾਰੀਆਂ ਦੇ ਵਸ ਹੋਇਆ ਰਹਿੰਦਾ ਹੈ, ਬਿਮਾਰੀਆਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, ਤੇ ਇਹ ਉਹਨਾਂ ਦੇ ਵਸ ਵਿੱਚ ਆਇਆ ਰਹਿੰਦਾ ਹੈ। ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਪਾਤਸ਼ਾਹ ਕਹਿੰਦੇ ਨੇ ਫਿਰ ਹੁਣ ਜਿਹੜਾ ਇਹ ਮਾਨਸਿਕ ਰੋਗੀ ਹੈ ਨਾ, ਜਿਹਨੂੰ ਮਾਨਸਿਕ ਬਿਮਾਰੀਆਂ ਨੇ ਸਗਲ ਵਿਆਧ ਨੇ ਘੇਰਿਆ ਹੋਇਆ, ਪਾਤਸ਼ਾਹ ਕਹਿੰਦੇ ਇਹਦਾ ਜੀਵਨ ਦੇ ਵਿੱਚ ਮਾਇਆ ਰੂਪੀ ਤ੍ਰਿਸ਼ਨਾ ਦੀ ਪਿਆਸ ਕਦੇ ਵੀ ਬੁਝਦੀ ਨਹੀਂ। ਇਹ ਇਸ ਤਰ੍ਹਾਂ ਤੜਫਦਾ ਰਹਿੰਦਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਜਲ ਬਿਨ ਮੀਨਾ, ਮੀਨਾ ਦਾ ਅਰਥ ਹੁੰਦਾ ਮਛਲੀ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦਾ ਮਾਰਿਆ ਭਟਕਦਾ ਰਹਿੰਦਾ ਹੈ। ਹਾਏ ਮਾਇਆ ਕਰਦਾ ਦੁਨਿਆਵੀ ਪਦਾਰਥਾਂ ਲਈ ਤੜਫਦਾ ਹੀ ਰਹਿੰਦਾ ਏ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਕਛੂ ਸਿਆਣਪ ਉਕਤ ਨਾ ਮੋਰੀ। ਹੇ ਪ੍ਰਭੂ, ਇਹਨਾਂ ਸਾਰੇ ਵਿਕਾਰਾਂ ਦੇ ਟਾਕਰੇ ਵਾਸਤੇ ਮੇਰੀ ਕੋਈ ਚਤੁਰਾਈ, ਕੋਈ ਵਿਚਾਰ ਨਹੀਂ ਚੱਲ ਸਕਦੀ। ਹੇ ਮੇਰੇ ਮਾਲਕ, ਤੂੰ ਕਿਰਪਾ ਕਰ, ਤੂੰ ਮੇਰ ਕਰ। ਜਿਹੜੀਆਂ ਐਡੀਆਂ ਵੱਡੀਆਂ ਮਹਾਰਾਜ ਸੱਚੇ ਪਾਤਸ਼ਾਹ ਇਹ ਵਕਾਰ ਨੇ, ਏਡੇ ਏਡੇ ਤਗੜੇ ਵਕਾਰ ਨੇ, ਇਹਨਾਂ ਨੇ ਮੈਨੂੰ ਵਿਛੋੜ ਛੋੜਿਆ ਮਹਾਰਾਜ। ਮੇਰੇ ਪੱਲੇ ਕੁਝ ਨਹੀਂ, ਮੇਰੀ ਵਿਚਾਰ, ਮੇਰੀ ਸਿਆਣਪ ਕੁਝ ਨਹੀਂ ਚੱਲ ਸਕਦੀ ਇਹਨਾਂ ਦੇ ਅੱਗੇ। ਏਕ ਆਸ ਠਾਕੁਰ ਪ੍ਰਭ ਤੋਰੇ। ਹੇ ਮੇਰੇ ਮਾਲਕ, ਮੇਰੇ ਠਾਕੁਰ, ਮੇਰੇ ਪ੍ਰਭੂ, ਸਿਰਫ ਤੇਰੀ ਸਹਾਇਤਾ ਹੀ ਤੇਰੀ ਆਸ ਹੈ, ਉਹੀ ਬਚਾ ਲੈ, ਤੂੰ ਹੀ ਕਿਰਪਾ ਕਰ ਸਕਦਾ ਹੈ। ਇੱਕ ਤੇਰੀ ਹੀ ਆਸ ਹੈ ਕਿ ਉਹੀ ਦਾਤਾ ਸਾਨੂੰ ਬਚਾ ਲਵੇ। ਏਕ ਆਸ ਠਾਕੁਰ ਪ੍ਰਭ ਤੋਰੀ। ਹੈ ਮੇਰੇ ਮਾਲਕ, ਇੱਕੋ ਆਪ ਜੀ ਦੀ ਆਸ ਹੀ ਹੈ ਮਨ ਦੇ ਵਿੱਚ ਕਿ ਇਹਨਾਂ ਸਾਰੇ ਵਿਕਾਰਾਂ ਜੰਜਾਲਾਂ ਤੋਂ ਬਚਾ ਸਕਦੇ ਹੋ। ਇੱਕ ਤੁਹਾਡਾ ਹੀ ਓਟ ਆਸਰਾ ਸਹਾਰਾ ਹੈ। ਕਰੋ ਬੇਨਤੀ ਸੰਤਨ ਪਾਸੇ। ਹੁਣ ਸਤਿਗੁਰੂ ਜੀ ਮਿਹਰ ਕਰਦੇ ਨੇ ਕਿ ਹੇ ਪ੍ਰਭੂ, ਮੈਂ ਤੇਰੇ ਸੰਤ ਜਨਾਂ ਦੇ ਅੱਗੇ ਬੇਨਤੀ ਅਰਜ਼ੋਈ ਕਰਦਾ। ਕਈਆਂ ਦੀ ਤੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਜੀਵਨ ਲੰਘ ਜਾਂਦਾ ਹੈ। ਹੁਣ ਇਹਨਾਂ ਦੇ ਆਪਸ, ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਆਪਸ ਦੇ ਵਿੱਚ ਹੀ ਵਿਚਾਰ ਨਹੀਂ ਰਲਦੇ। ਇੱਕ ਤੇ ਕਹਿ ਦਿੰਦੇ ਨੇ ਵੀ ਤੇਰੇ ਮੇਰੇ ਵਰਗੇ ਭਲੇ ਬੰਦੇ ਜਿਹੜੇ, ਇਹਨਾਂ ਨੂੰ ਗੁਰਬਾਣੀ ਨੇ ਸੰਤ ਕਿਹਾ, ਭਲੇ ਬੰਦਿਆਂ ਨੂੰ ਸੰਤ ਕਿਹਾ। ਕੋਈ ਕਹਿ ਦਿੰਦਾ ਹੈ ਕਿ ਸੰਤ ਜਿਹੜਾ ਉਹ ਕੇਵਲ ਤੇ ਕੇਵਲ ਪਰਮੇਸ਼ਰ ਨਾਲ ਲੱਗਦਾ ਹੈ, ਰੱਬ ਜੀ ਨਾਲ ਲੱਗਦਾ ਹੈ। ਕੋਈ ਕਹਿ ਦਿੰਦਾ ਹੈ ਇਹ ਸਾਰੇ ਇੱਕੋ ਹੀ ਨੇ, ਅਪਗ੍ਰੇਡ ਹੋ ਗਏ, ਮਿਸ਼ਨਰੀ ਲਾਣਾ ਹੋ ਗਿਆ। ਇਹ ਸਾਰੇ ਪੜ੍ਹੇ ਇੱਕੋ ਥਾਂ ਤੋਂ ਹੀ ਨੇ, ਵਿਚਾਰ ਇਹਨਾਂ ਦੀ ਆਪਸ ਹੀ ਨਹੀਂ ਰਲਦੀ। ਉਹ ਘੱਗਾ ਇਹਨਾਂ ਦਾ ਇੰਦਰ ਸਿੰਘ ਘੱਗਾ, ਉਹਨੇ ਪਤਾ ਨਹੀਂ ਕਿੰਨੀ ਥਾਂ ਤੋਂ ਜੁੱਤੀਆਂ ਖਾਧੀਆਂ, ਨੱਕ ਤੜਾਇਆ ਮਲੇਸ਼ੀਆ 'ਚ। ਉਹ ਸਾਡੇ ਸਿੰਘ ਸੀ ਉੱਥੇ ਮਲੇਸ਼ੀਆ, ਨੱਕ ਭੰਨਤਾ ਕੁੱਟ-ਕੁੱਟ ਕੇ ਉਹਨਾਂ ਨੇ। ਕਿੰਨੀ ਵਾਰੀ ਪੱਗ ਲਵਾਈ, ਕਦੀ ਸਿੱਖ ਪ੍ਰਚਾਰਕਾਂ ਦੀਆਂ ਪੱਗਾਂ ਲੱਥੀਆਂ ਸੁਣੀਆਂ ਸੀ ਸਿੱਖ ਸੰਗਤ ਨੇ ਵੀ ਰਹਿੰਦੀਆਂ ਨੇ। ਸਟੇਜ ਤੇ ਬੈਠੇ ਜੁੱਤੀਆਂ ਖਾ ਲੈਂਦੇ ਨੇ, ਕਿਉਂਕਿ ਕੰਮ ਜੁੱਤੀਆਂ ਵਾਲੇ ਕਰਦੇ। ਸਟੇਜ ਤੇ ਬੈਠੇ ਗੁਰੂ ਦੀ ਹਜ਼ੂਰੀ 'ਚ ਚਪੇੜਾਂ ਖਾ ਲੈਂਦੇ ਨੇ। ਉਹ ਕਹਿੰਦਾ ਵੀ ਭਲੇ ਬੰਦੇ ਜਿਹੜੇ ਤੇਰੇ ਮੇਰੇ ਵਰਗੇ, ਵੀ ਤੂੰ ਕਿਹੜੇ ਪਾਸਿਓਂ ਭਲਾ? ਸ਼ਰਾਬ ਤੂੰ ਪੀ ਲੈਣਾ, ਆਂਡਾ ਮੀਟ ਤੂੰ ਨਹੀਂ ਛੱਡਦਾ, ਤੂੰ ਕਿਹੜੇ ਪਾਸਿਓਂ ਭਲਾ ਬੰਦਾ ਹੈ? ਗੁਰੂ ਦੀ ਨਿੰਦਿਆ ਹਰ ਵੇਲੇ ਤੇਰੇ ਮੂੰਹ ਤੇ ਰਹਿੰਦੀ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਦੀ ਨਿੰਦਿਆ, ਨਿਤਨੇਮ ਦੀਆਂ ਬਾਣੀਆਂ ਦੀ ਨਿੰਦਿਆ, ਅਰਦਾਸ ਦੀ ਨਿੰਦਿਆ, ਹਰ ਵੇਲੇ ਤੇ ਨਿੰਦਕ ਬਣਿਆ। ਭਲਿਆ ਕਿਹੜੇ ਪਾਸੋਂ?
ਆਪਣੇ ਆਪ ਨੂੰ ਭਲਾ ਕਹਿਣਾ, ਆਪਣੇ ਘੁਮਿਆਰੀ ਵਾਂਗੂ ਆਪਣਾ ਹੀ ਭਾਂਡਾ ਸੁਣਾਉਣਾ ਵੀ ਮੈਂ ਹੀ ਚੰਗਾ ਬਾਕੀ ਸਾਰੇ ਮਾੜੇ। ਇਹ ਕਹਿੰਦਾ ਵੀ ਭਲੇ ਬੰਦਿਆਂ ਨੂੰ ਸੰਤ ਹੁੰਦਾ ਹੈ। ਇਹਨਾਂ ਦੇ ਹੋਰ ਵੀ ਲਾਣਾ ਹੈਗਾ। ਉਹ ਕਹਿੰਦੇ ਜੀ ਉਹ ਰੱਬ ਜੀ ਨੂੰ, ਪਰਮੇਸ਼ਰ ਨੂੰ, ਪ੍ਰਭੂ ਨੂੰ ਸੰਤ ਕਿਹਾ ਜਾਂਦਾ ਹੈ। ਤੇ ਕੁਝ ਹੈਗੇ ਨੇ ਉਹ ਕਹਿੰਦੇ ਨੇ ਸੰਤ ਗੁਰੂ ਨਾਲ ਲੱਗਦਾ, ਵੀ ਜਿਹੜੇ ਗੁਰੂ ਸਾਹਿਬਾਨ ਆਏ ਨੇ। ਸਮਝ ਨਹੀਂ ਆਉਂਦੀ ਵੀ ਜਾਂ ਤੇ ਤੁਸੀਂ ਭਲੇ ਬੰਦਿਆਂ ਨੂੰ ਸੰਤ ਕਹਿ ਲਓ, ਜਾਂ ਤੁਸੀਂ ਰੱਬ ਨੂੰ ਸੰਤ ਕਹਿ ਲਓ, ਜਾਂ ਫਿਰ ਤੁਸੀਂ ਗੁਰੂ ਸਾਹਿਬ ਨੂੰ ਸੰਤ ਕਹਿ ਲਓ। ਪਰ ਅਸਲ ਵਿੱਚ ਤੇ ਸਤਿਗੁਰੂ ਜੀ ਪਾਤਸ਼ਾਹ ਗੁਰਬਾਣੀ 'ਚ ਸਮਝਾਉਂਦੇ ਨੇ, ਸੰਤੋ ਸਾਗਰ ਪਾਰ ਉਤਰੀਐ। ਇਹ ਕਿਹੜੇ ਸੰਤ ਨੇ ਜਿਨ੍ਹਾਂ ਨੇ ਸਾਗਰ ਪਾਰ ਉਤਰਨਾ ਹੈ? ਰੱਬ ਜੀ ਨੂੰ ਤੇ ਸਾਗਰ ਪਾਰ ਉਤਰਨ ਦੀ ਲੋੜ ਨਹੀਂ, ਨਾ ਗੁਰੂ ਨੂੰ ਲੋੜ ਹੈ। ਗੁਰੂ ਤੇ ਆਪ ਤਾਰਨਹਾਰ ਹੈ। ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਗੁਰੂ ਤੇ ਆਪ ਤਾਰਨਹਾਰ ਹੈ, ਤੇ ਗੁਰੂ ਨੂੰ ਕੀ ਲੋੜ ਹੈ ਉਹ ਸਾਗਰ ਤਰੇ? ਫਿਰ ਗੁਰੂ ਨਾਲ ਸੰਤ ਕਿਵੇਂ ਲੱਗ ਗਿਆ? ਨਹੀਂ ਲੱਗ ਸਕਦਾ। ਤੇ ਜਿਹੜਾ ਸਾਗਰ ਤਰਨ ਵਾਲਾ ਹੈ ਉਹ ਰਾਬੀ ਕਾਂਦਾ, ਜਿਹੜਾ ਸਾਗਰਾਂ 'ਚ ਡੁੱਬਦਾ ਫਿਰੇ। ਪਾਤਸ਼ਾਹ ਕਹਿ ਰਹੇ ਨੇ, ਸੰਤ ਹੋ ਸਾਗਰ ਪਾਰ ਉਤਰੀਐ। ਕਿਵੇਂ? ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇ ਕੋਈ ਸੰਤਾਂ ਮਹਾਂਪੁਰਖਾਂ ਦਾ ਬਚਨ ਕਮਾ ਲੈਂਦਾ, ਗੁਰੂ ਦੀ ਕਿਰਪਾ ਨਾਲ ਤਰ ਜਾਂਦਾ ਜੀ। ਇੱਥੇ ਗੁਰੂ ਵੱਖਰਾ, ਸੰਤ ਵੱਖਰਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਇਹ ਸੰਤਾਂ ਦੇ ਨਿੰਦਕ ਨੇ। ਅਸਲ ਵਿੱਚ ਸੰਤ ਮਹਾਂਪੁਰਸ਼ ਜਿਹੜੇ ਨੇ, ਸਾਧ ਸੰਗਤ ਜੀ, ਅੱਜ ਜੋ ਮਰਜ਼ੀ ਅਸੀਂ ਕਹਿ ਲਈਏ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ, ਜਿਨ੍ਹਾਂ ਦੀ ਮਹਿਮਾ, ਜਿਨ੍ਹਾਂ ਦੀ ਕੀਤੀ ਕਮਾਈ, ਮਾਫ ਕਰਿਓ ਸ਼ਾਇਦ ਮੈਂ ਇੱਥੇ ਗਲਤ ਹੋ ਜਾਵਾਂ ਕਹਿਣ ਤੋਂ, ਪਰ ਮੇਰੀ ਆਦਤ ਹੈ ਮੈਂ ਕੁਝ ਸੱਚ ਬੋਲੇ ਬਿਨਾਂ ਰਹਿੰਦਾ ਨਹੀਂ। ਜਿਨ੍ਹਾਂ ਦੀ ਕਮਾਈ ਅੱਜ ਵਿਹਲੜ ਸਾਧ ਵੀ ਖਾ ਰਹੇ ਨੇ। ਆਖੋ ਸਤਿਨਾਮ। ਜਿਨ੍ਹਾਂ ਸੰਤਾਂ ਦੀ, ਧੰਨ ਧੰਨ ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ, ਤਿੰਨਾਂ ਦੀ ਕੀਤੀ ਹੋਈ ਬੰਦਗੀ ਕਮਾਈ ਨੂੰ ਅੱਜ ਕੁਝ ਵਿਹਲੜ ਵੀ ਖਾ ਰਹੇ ਨੇ। ਸਾਰੇ ਮਾੜੇ ਨਹੀਂ ਮੈਂ ਕਹਿ ਰਿਹਾ, ਸਾਰੇ ਨਹੀਂ, ਪਰ ਕੁਝ ਕੁ ਵਿਹਲੜ ਉਹਨਾਂ ਦੇ ਨਾਮ ਦੀ ਕਮਾਈ ਖਾ ਰਹੇ ਨੇ। ਸਾਧ ਸੰਗਤ ਜੀ, ਐਡੀ ਵੱਡਾ ਪ੍ਰਤਾਪ ਸੀ ਉਹਨਾਂ ਦਾ, ਇੰਨੀ ਉਹਨਾਂ ਦੀ ਭਜਨ ਬੰਦਗੀ ਸੀ ਕਿ ਅੱਜ ਵੀ ਉਹਨਾਂ ਦੇ ਨਾਮ ਦੇ, ਸਾਧ ਸੰਗਤ ਜੀਓ, ਗੁਰੂ ਸਾਹਿਬ ਮਿਹਰ ਕਰ ਰਹੇ ਨੇ। ਅੱਜ ਵੀ ਉਹਨਾਂ ਦੇ ਨਾਮ ਤੇ ਲਹਿਰਾਂ ਬਹਿਰਾਂ ਹੋ ਰਹੀਆਂ ਨੇ। ਸੱਚੇ ਪਾਤਸ਼ਾਹ ਇਹੋ ਜਿਹੇ ਸੰਤ ਮਹਾਂਪੁਰਖ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਾਂ ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਇਹ ਰੱਬ ਦੇ ਤੇ ਪਿਆਰੇ ਨੇ। ਐਸੇ ਸੰਤ ਮਹਾਂਪੁਰਸ਼ ਨੇ। ਤੇ ਪਾਤਸ਼ਾਹ ਕਹਿੰਦੇ ਨੇ, ਇਹਨਾਂ ਰੱਬ ਦੇ ਪਿਆਰਿਆਂ ਸੰਤਾਂ ਮਹਾਤਮਾ ਦੇ ਅੱਗੋਂ ਕਰੋ ਬੇਨਤੀ ਸੰਤਨ ਪਾਸੇ। ਪਾਤਸ਼ਾਹ ਮਿਹਰ ਕਰਦੇ ਨੇ ਕਿ ਮੈਂ ਆਪ ਜੀ ਦੇ ਸੰਤਾਂ ਮਹਾਂਪੁਰਸ਼ਾਂ ਦੇ ਅੱਗੇ ਅਰਜ਼ੋਈ ਕਰਦਾ ਹਾਂ। ਜਿਵੇਂ ਪੰਚਮ ਪਾਤਸ਼ਾਹ ਨੇ ਮਾਤਾ ਗੰਗਾ ਨੂੰ ਭੇਜਦਾ ਸੀ, ਬਾਬੇ ਬੁੱਢੇ ਕੋਲੇ ਜਾ, ਸੰਤਨ ਹੱਥ ਰਾਖੀ ਕੁੰਜੀ, ਮਹਾਂਪੁਰਖਾਂ ਕੋਲੇ ਜਾ ਕੇ ਦਾਤ ਲੈ ਆਓ ਬੱਚੇ। ਉਹਨਾਂ ਦੀ ਵਰ ਦੇ ਨਾਲ ਹੀ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਜਾਓ ਗੰਗਾ ਜੀ ਜਾ ਕੇ ਗੁਰੂ ਸਾਹਿਬ ਜੀ ਦੀਆਂ ਸੀਸਾਂ ਲੈ ਲਓ। ਸਾਧ ਸੰਗਤ ਜੀਓ, ਸੰਤਾਂ ਦੇ ਹੱਥ ਵਿੱਚ ਕੁੰਜੀ ਹੈ, ਸੰਤਨ ਹੱਥ ਰਾਖੀ ਕੁੰਜੀ। ਤਾਂ ਗੁਰੂ ਕਿਰਪਾ ਕਰੇ ਮਹਾਰਾਜ, ਮੇਰ ਕਰਨ। ਮੈਂ ਆਪ ਜੀ ਦੇ ਇਹਨਾਂ ਸੰਤਾਂ ਮਹਾਤਮਾ ਦੇ ਪਾਸ ਅਰਜ਼ੋਈ ਬੇਨਤੀ ਕਰਦਾ ਹਾਂ। ਮੇਲ ਲਹੋ ਨਾਨਕ ਅਰਦਾਸੇ। ਬੇਨਤੀ ਹੈ, ਜੋਦੜੀ ਹੈ ਕਿ ਹੇ ਮੇਰੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਮਲਾਈ ਰੱਖਣ। ਮੈਂ ਆਪ ਜੀ ਦੇ ਸੰਤਾਂ ਪਾਸ ਜਾ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਗਰੀਬ ਨੂੰ ਆਪਣੇ ਚਰਨਾਂ ਵਿੱਚ ਮਲਾਈ ਰੱਖਣ। ਭਇਓ ਕਿਰਪਾਲ ਸਾਧ ਸੰਗ ਪਾਇਆ। ਸਤਿਗੁਰ ਜੀ ਦਇਆ ਕਰਦੇ ਨੇ, ਜਿਨ੍ਹਾਂ ਮਨੁੱਖਾਂ ਉੱਤੇ ਪ੍ਰਮਾਤਮਾ ਦਇਆਵਾਨ ਹੋ ਜਾਂਦਾ ਜੀ, ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਉਹ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਨ। ਨਾਨਕ ਤ੍ਰਿਪਤੇ ਪੂਰਾ ਪਾਇਆ।
ਤ੍ਰਿਪਤੇ ਤੋਂ ਭਾਵ ਰੱਜ ਕੇ ਰੱਜ ਜਾਂਦੇ ਨੇ ਨਾਮ ਜਪ ਜਪ ਕੇ ਉਸ ਦਾਤੇ ਦਾ। ਭੁੱਖ ਤ੍ਰਿਸ਼ਨਾ ਵੱਲੋਂ, ਉਹਨਾਂ ਦੀ ਤ੍ਰਿਸ਼ਨਾ ਵੱਲੋਂ, ਮਾਇਆ ਰੂਪੀ ਤ੍ਰਿਸ਼ਨਾ ਦੀ ਅਗਨ ਬੁਝ ਜਾਂਦੀ ਏ, ਰੱਜ ਜਾਂਦੇ ਹਨ। ਉਹਨਾਂ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਜੇ, ਕਿਰਪਾ ਹੋ ਜਾਂਦੀ ਹੈ, ਆ ਮਿਹਰ ਹੋ ਜਾਂਦੀ ਜੇ ਨਾਮ ਜਪਣ ਦੇ ਨਾਲ। ਉਸ ਅਕਾਲ ਪੁਰਖ ਦੀ ਜਦੋਂ ਦਿਆਲਤਾਈ ਹੁੰਦੀ ਹੈ, ਜਦੋਂ ਦਿਆਲਤਾਈ ਦੇ ਵਿੱਚ ਆਉਂਦਾ ਹੈ ਕਿ ਉਹ ਸਾਧ ਸੰਗਤ ਪ੍ਰਾਪਤ ਹੁੰਦੀ। ਸਾਧ ਸੰਗਤ ਵਿੱਚ ਸੰਤ ਮਹਾਂਪੁਰਖ ਸਾਨੂੰ ਨਾਮ ਜਪਾਉਂਦੇ ਨੇ, ਉਸ ਅਕਾਲ ਪੁਰਖ ਦੀ ਸ਼ੋਭਾ ਉਸਤਤ ਕਰਦੇ ਨੇ, ਜਿੰਦੇ ਨਾਲ ਤ੍ਰਿਸ਼ਨਾ ਰੂਪੀ ਅਗਨ ਬੁਝ ਜਾਂਦੀ ਹੈ। ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਨੇ। ਮਾਇਆ ਰੂਪੀ ਤ੍ਰਿਸ਼ਨਾ ਜਿਹੜੀ ਭੜਕਣਾ ਲਾ ਰਹੀ ਸੀ, ਉਧਰੋਂ ਰੱਜ ਗਏ ਤੇ ਪੂਰਨ ਪ੍ਰਭੂ ਪ੍ਰਾਪਤ ਹੋ ਗਿਆ, ਪੂਰਨ ਸਤਿਗੁਰ ਮਿਲ ਗਿਆ। ਫਿਰ ਤੇ ਸਾਧ ਸੰਗਤ ਜੀ ਪਾਤਸ਼ਾਹ ਕਹਿੰਦੇ ਸੋਨੇ ਦੇ ਢੇਰ ਵੀ ਮਿੱਟੀ ਲੱਗਣ ਲੱਗ ਪੈਂਦੇ ਨੇ। ਕੰਚਨ ਮਾਟੀ ਮਨ ਹੈ, ਸੋਨੇ ਦੇ ਢੇਰਾਂ ਨੂੰ ਮਿੱਟੀ ਦਾ ਢੇਰ ਸਮਝ ਲੈਂਦੇ ਨੇ, ਜਿਨ੍ਹਾਂ ਤੇ ਆਹ ਕਿਰਪਾ ਹੋ ਜਾਂਦੀ, ਜਿਨ੍ਹਾਂ ਨੂੰ ਪ੍ਰਭੂ ਪ੍ਰਾਪਤ ਹੋ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਕਿਰਪਾ ਕਰਨ, ਮਿਹਰ ਕਰਕੇ ਅਸੀਸਾਂ ਬਖਸ਼ਣ। ਰਹਾਉ ਦੂਜਾ ਇਹਨਾਂ ਅਸ਼ਟਪਦੀਆਂ ਦੇ ਵਿੱਚ ਇਹ ਰਹਾਉ ਦੂਜਾ ਹੈ। ਇੱਕ ਪਹਿਲਾ ਰਹਾਉ ਆਉਂਦਾ, ਇਹ ਦੂਸਰਾ ਰਹਾਉ ਹੈ। ਇੱਕ ਪਹਿਲਾ ਰਹਾਉ ਪਹਿਲੇ ਪਦ ਤੋਂ ਬਾਅਦ ਹੀ ਆ ਜਾਂਦਾ ਹੈ, ਫਿਰ 8 ਪਦ ਪੂਰੇ ਹੁੰਦੇ ਨੇ। 9ਵਾਂ ਪਦ ਜਿਹੜਾ ਇਹ ਲਿਖਿਆ ਗਿਆ, ਇਹ 9ਵਾਂ ਪਦ ਨਹੀਂ ਹੈ, ਇਹ ਰਹਾਉ ਦਾ ਪਦ ਹੈ। ਇਹਦੇ ਅੱਗੇ ਵੀ ਇੱਕ ਹੀ ਪਾਇਆ। ਇਸ ਸ਼ਬਦ ਦੇ ਵਿੱਚ 2 ਰਹਾਉ ਹਨ। ਰਾਗੀ ਸਿੰਘ ਸ਼ਬਦ ਗਾਇਨ ਕਰਨ ਲਈ ਦੋਵਾਂ ਰਹਾਵਾਂ ਦੇ ਵਿੱਚੋਂ ਕਿਸੇ ਵੀ ਸ਼ਬਦ ਦੀ ਟੇਕ ਬਣਾ ਸਕਦੇ ਨੇ, ਦੂਜੇ ਰਹਾਉ ਦੀ ਟੇਕ ਵੀ ਬਣਾ ਸਕਦੇ ਨੇ ਤੇ ਪਹਿਲੇ ਰਹਾਉ ਦੀ ਟੇਕ ਵੀ ਬਣਾ ਸਕਦੇ ਹਨ। ਸੋ ਗੁਰੂ ਪਾਤਸ਼ਾਹ ਕਿਰਪਾ ਕਰਕੇ ਹਾਜ਼ਰੀ ਪ੍ਰਵਾਨ ਕਰਨ। ਗੁਰੂ ਵਿੱਚ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ। ਬੇਅੰਤ ਗਲਤੀਆਂ ਸੁਭਾਵਕ ਸਤਿਗੁਰ ਤੇ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ ਜੀ। ਮੇਰ ਕਰਨ ਦਇਆ ਕਰਕੇ ਸਤਿਗੁਰ ਜੀ ਸੁਖ ਵਰਤਾਉਣ, ਚੜ੍ਹਦੀਆਂ ਕਲਾ ਬਖਸ਼ਣ। ਆਈ ਸੰਗਤ ਨੂੰ ਜੀਉ ਆਇਆ। ਸਮਾਪਤੀ ਦੀ ਪੰਕਤੀ ਪੜ੍ਹ ਕੇ ਗੁਰੂ ਚਰਨਾਂ ਦਾ ਪਿਆਰ ਲਈਏ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।